ਹੈਲੋ, ਮੈਂ ਤੁਹਾਡਾ ਸਾਰਿਆਂ ਦਾ ਇਸ ਆਨਲਾਈਨ ਵੀਡੀਓ ਸੈਸ਼ਨ ਦੇ ਲੈਕਚਰ ਨੰਬਰ 11 ਦੇ ਵਿੱਚ ਸਵਾਗਤ ਕਰਦਾ ਹਾਂ। ਆਈ ਐਮ ਸੋਨਜੀਤ ਰਾਹੁਲ, ਲੈਕਚਰਰ ਸਿਵਲ ਇਨ ਗੌਰਮੈਂਟ ਪੋਲੀਟੈਕਨਿਕ ਕਾਲਜ ਤਲਵਾੜਾ, ਪੰਜਾਬ। This is the lecture number 11 of reinforced cement concrete design subject, which is a diploma level subject of civil engineering branch in 5th semester। ਇਸ ਵੀਡੀਓ ਦੇ ਵਿੱਚ ਆਪਾਂ ਚੈਪਟਰ 3 ਨੂੰ ਹੀ ਕੰਟੀਨਿਊ ਕਰਾਂਗੇ। ਆਈ ਹੋਪ ਤੁਸੀਂ ਮੇਰੇ ਪੁਰਾਣੀ ਵੀਡੀਓਜ਼ ਜਾਂ ਪੁਰਾਣੇ ਲੈਕਚਰਸ ਦੇਖੇ ਹੋਣਗੇ। ਦਿਸ ਇਜ਼ ਦਾ ਪਾਰਟ 5 ਆਫ ਚੈਪਟਰ 3। ਇਸ ਤੋਂ ਪਹਿਲਾਂ ਪਾਰਟ 4 ਦੇ ਵਿੱਚ ਆਪਾਂ ਇਹੀ ਚੈਪਟਰ ਕਰਦੇ ਪਏ ਸੀ, ਸ਼ੀਅਰ ਐਂਡ ਡਿਵੈਲਪਮੈਂਟ ਲੈਂਥ। ਸ਼ੀਅਰ ਰੀਇਨਫੋਰਸਮੈਂਟ ਨੂੰ ਡਿਜ਼ਾਈਨ ਕਰਨ ਦੇ ਲਈ ਕੀ ਸਟੈਪਸ ਹੁੰਦੇ ਆ ਉਹ ਆਪਾਂ ਪੜ੍ਹ ਚੁੱਕੇ ਹਾਂ। ਸੋ ਇਸ ਵੀਡੀਓ ਦੇ ਵਿੱਚ ਆਪਾਂ ਨੂਮੈਰੀਕਲ ਕਰਾਂਗੇ ਸ਼ੀਅਰ ਰੀਇਨਫੋਰਸਮੈਂਟ ਦੇ ਲਈ। ਹਾਊ ਟੂ ਡਿਜ਼ਾਈਨ ਦੀ ਸ਼ੀਅਰ ਰੀਇਨਫੋਰਸਮੈਂਟ ਐਜ਼ ਪਰ ਵਰਕਿੰਗ ਸਟ੍ਰੈਸ ਮੈਥਡ ਐਂਡ ਐਜ਼ ਪਰ ਲਿਮਿਟ ਸਟੇਟ ਮੈਥਡ, ਬਟ ਵਿਦਾਊਟ ਵੈਂਟ ਅਪ ਬਾਰਸ। ਕਿ ਅਗਰ ਡਿਪਲੋਮਾ ਲੈਵਲ ਦੀ ਗੱਲ ਕਰੀਏ ਤਾਂ ਵਰਟੀਕਲ ਸਟਿਰਪਸ ਜਾਂ ਵਿਦ ਪੈਂਟ ਅਪ ਬਾਰਸ, ਅਗਰ ਇਸ ਦੇ ਨਾਲ ਆਪਾਂ ਸ਼ੀਅਰ ਰੀਇਨਫੋਰਸਮੈਂਟ ਡਿਜ਼ਾਈਨ ਕਰਨੀ ਆ ਜਾਂਦੀ ਹੈ ਤਾਂ ਬਹੁਤ ਬੈਟਰ ਆ। ਇਨਕਲਾਈਨਡ ਸਟਿਰਪਸ ਸਿਰਫ ਉੱਥੇ ਹੀ ਪ੍ਰੋਵਾਈਡ ਕਰਦੇ ਆ ਜਿੱਥੇ ਬਹੁਤ ਜ਼ਿਆਦਾ ਸ਼ੀਅਰ ਹੋਵੇ, ਡਾਇਗਨਲ ਟੈਂਸ਼ਨ ਕਰੈਕਸ ਆਉਣ ਦੇ ਚਾਂਸਿਸ ਬਹੁਤ ਜ਼ਿਆਦਾ ਹੋਣ। ਸੋ ਅਗਰ ਡਿਪਲੋਮਾ ਲੈਵਲ ਦੀ ਗੱਲ ਕਰੀਏ, ਅਗਰ ਵਰਟੀਕਲ ਸਟਿਰਪਸ ਦੇ ਨਾਲ ਹੀ ਆਪਾਂ ਨੂੰ ਸ਼ੀਅਰ ਰੀਇਨਫੋਰਸਮੈਂਟ ਦਾ ਡਿਜ਼ਾਈਨ ਕਰਨਾ ਵੀ ਇੱਕ ਅਚੀਵਮੈਂਟ ਆ। ਸੋ ਇਸ ਨੂਮੈਰੀਕਲ ਨੂੰ ਧਿਆਨ ਨਾਲ ਸਮਝਣਾ। ਦੋਨੋਂ ਮੈਥਡਸ ਦੇ ਨਾਲ ਦੱਸਿਆ ਹੋਇਆ, ਵਰਕਿੰਗ ਸਟ੍ਰੈਸ ਮੈਥਡ ਦੇ ਨਾਲ ਵੀ, ਲਿਮਿਟ ਸਟੇਟ ਮੈਥਡ ਦੇ ਨਾਲ ਵੀ। ਤੁਸੀਂ ਕਿਸੇ ਵੀ ਮੈਥਡ ਦੇ ਨਾਲ ਸ਼ੀਅਰ ਰੀਇਨਫੋਰਸਮੈਂਟ ਦਾ ਡਿਜ਼ਾਈਨ ਕਰ ਸਕਦੇ ਹੋ। ਇਹਦੇ ਲਈ ਕੋਈ ਕੰਡੀਸ਼ਨ ਨਹੀਂ ਹੈ। ਬਟ ਇਹ ਜਿਹੜਾ ਨੂਮੈਰੀਕਲ ਆਪਾਂ ਕਰਾਂਗੇ ਸਿਰਫ ਵਰਟੀਕਲ ਸਟਿਰਪਸ ਦੇ ਨਾਲ ਹੀ ਸ਼ੀਅਰ ਰੀਇਨਫੋਰਸਮੈਂਟ ਨੂੰ ਡਿਜ਼ਾਈਨ ਕਰਾਂਗੇ। ਇਹਦੇ ਵਿੱਚ ਕੋਈ ਵੈਂਟ ਅਪ ਬਾਰਸ ਪ੍ਰੋਵਾਈਡ ਨਹੀਂ ਕਰਾਂਗੇ। ਸੋ ਆਪਾਂ ਸਭ ਤੋਂ ਪਹਿਲਾਂ ਸਟੇਟਮੈਂਟ ਦੇਖਦੇ ਹਾਂ ਕੀ ਹੈ। ਇਹ ਰੀਇਨਫੋਰਸਡ ਕੰਕਰੀਟ ਬੀਮ, ਇੱਕ ਰੀਇਨਫੋਰਸਡ ਕੰਕਰੀਟ ਬੀਮ ਆ ਜਿਹਦੀ ਡਿਮੈਂਸ਼ਨ ਦਿੱਤੀ ਹੋਈ ਹੈ 300 mm ਬਾਏ 400 mm ਇਫੈਕਟਿਵ। ਧਿਆਨ ਨਾਲ ਰੀਡ ਕਰੋ ਇਹਨੂੰ। 300 mm ਬਾਏ 400 mm ਇਫੈਕਟਿਵ। 300 mm ਤਾਂ ਉਹਦੀ ਵਿੱਥ ਹੋ ਗਈ, ਬਟ 400 mm ਤੋਂ ਬਾਅਦ ਇਫੈਕਟਿਵ ਲਿਖਿਆ ਹੋਇਆ। ਦੈਟ ਇਜ਼ ਇਟਸ ਨੋਟ ਅ ਟੋਟਲ ਡੈਪਥ ਆਫ ਦੀ ਬੀਮ, ਇਟਸ ਇਫੈਕਟਿਵ ਡੈਪਥ। ਇਫੈਕਟਿਵ ਡੈਪਥ ਕੀ ਹੁੰਦੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ, ਟੋਟਲ ਡੈਪਥ ਮਾਈਨਸ ਇਫੈਕਟਿਵ ਕਵਰ ਇਜ਼ ਇਕੁਅਲ ਟੂ ਇਫੈਕਟਿਵ ਡੈਪਥ। ਇਸ ਕਰਕੇ ਇਸ ਨੂਮੈਰੀਕਲ ਦੇ ਵਿੱਚ ਆਪਾਂ ਨੂੰ ਇਫੈਕਟਿਵ ਡੈਪਥ ਕੈਲਕੂਲੇਟ ਕਰਨ ਦੀ ਜ਼ਰੂਰਤ ਨਹੀਂ ਹੈ। ਡਾਇਰੈਕਟਲੀ ਇਫੈਕਟਿਵ ਡੈਪਥ ਸਟੇਟਮੈਂਟ ਦੇ ਵਿੱਚ ਗਿਵਨ ਹੈ, that is 400 mm। ਇਫੈਕਟਿਵ ਡੈਪਥ ਕੀ ਹੁੰਦੀ ਹੈ, ਫਰੋਮ ਦੀ ਟੋਪ ਕੰਪਰੈਸ਼ਨ ਐਜ ਤੋਂ ਲੈ ਕੇ ਸੈਂਟਰ ਆਫ ਦੀ ਟੈਂਸਾਈਲ ਰੀਇਨਫੋਰਸਮੈਂਟ ਤੱਕ ਦਾ ਜਿਹੜਾ ਡਿਸਟੈਂਸ ਹੁੰਦਾ ਉਹ ਹੁੰਦਾ ਇਫੈਕਟਿਵ ਡੈਪਥ। ਉਸ ਤੋਂ ਬਾਅਦ ਸਟੇਟਮੈਂਟ ਆਪਾਂ ਪੜ੍ਹਦੇ ਹਾਂ, ਇਜ਼ ਸਿੰਪਲੀ ਸਪੋਰਟਡ ਬੀਮ ਆ ਓਵਰ ਆ ਕਲੀਅਰ ਸਪੈਨ ਆਫ 6.5 ਮੀਟਰ। ਕਲੀਅਰ ਸਪੈਨ ਕੀ ਹੁੰਦਾ, ਡਿਸਟੈਂਸ ਬਿਟਵੀਨ ਦੀ ਇਨਰ ਫੇਸਿਸ ਆਫ ਦੀ ਸਪੋਰਟ। ਮਤਲਬ ਸਪੋਰਟਸ ਦੇ ਅੰਦਰ ਵਾਲਾ ਜਿਹੜਾ ਕਲੀਅਰ ਡਿਸਟੈਂਸ ਆ ਉਹ 6.5 ਮੀਟਰ। ਦੈਟ ਇਜ਼ ਕਲੀਅਰ ਸਪੈਨ ਦਿੱਤਾ ਹੋਇਆ 6.5 ਮੀਟਰ। ਵਿਥ ਆਫ ਦੀ ਸਪੋਰਟ ਗਿਵਨ ਆ 500 mm। ਉਸ ਤੋਂ ਬਾਅਦ ਯੂਨੀਵਰਸਲ ਡਿਸਟਰੀਬਿਊਟਡ ਲੋਡ ਇਨਕਲੂਡਿੰਗ ਸੈਲਫ ਵੇਟ ਆਪਾਂ ਨੂੰ ਐਡ ਕਰਨ ਦੀ ਜ਼ਰੂਰਤ ਨਹੀਂ ਹੈ, ਉਹ ਵੀ ਦਿੱਤਾ ਹੋਇਆ 30 kN ਪਰ ਮੀਟਰ, ਜਿਹੜਾ ਕਿ ਸੈਲਫ ਵੇਟ ਵਿੱਚ ਐਡ ਕਰਕੇ ਹੈ। ਉਸ ਤੋਂ ਬਾਅਦ ਹੈ ਸੈਕਸ਼ਨ ਇਜ਼ ਰੀਇਨਫੋਰਸਡ ਵਿਦ 5 ਬਾਰਸ ਆਫ 16 mm ਡਾਇਆਮੀਟਰ। ਸੈਕਸ਼ਨ ਨੂੰ ਰੀਇਨਫੋਰਸ ਕੀਤਾ ਹੋਇਆ, ਮਤਲਬ ਲੌਂਗੀਟਿਊਡਨਲ ਮੇਨ ਬਾਰਸ ਜਿਹੜੀਆਂ ਹੈ ਟੈਂਸਾਈਲ ਪਾਰਟ ਦੇ ਵਿੱਚ, ਮਤਲਬ ਟੈਂਸਾਈਲ ਸਟੀਲ ਰੀਇਨਫੋਰਸਮੈਂਟ ਜਿਹੜੀ ਹੈ 5 ਬਾਰਸ ਦਿੱਤੀਆਂ ਹੋਈਆਂ 16 mm ਡਾਇਆਮੀਟਰ ਦੀਆਂ। M20 ਗ੍ਰੇਡ ਆਫ ਕੰਕਰੀਟ ਗਿਵਨ ਆ, Fe 250 ਸਟੀਲ ਗਿਵਨ ਆ। ਗ੍ਰੇਡਸ ਦੋਨੋਂ ਕੰਕਰੀਟ ਅਤੇ ਸਟੀਲ ਦੇ ਗਿਵਨ ਹੈ। ਕੈਲਕੂਲੇਟ ਦੀ ਸ਼ੀਅਰ ਰੀਇਨਫੋਰਸਮੈਂਟ ਯੂਜ਼ਿੰਗ ਵਰਟੀਕਲ ਸਟਿਰਪਸ ਓਨਲੀ। ਅਗਰ ਆਪਾਂ ਵਰਟੀਕਲ ਸਟਿਰਪਸ ਦੇ ਨਾਲ ਹੀ ਸ਼ੀਅਰ ਰੀਇਨਫੋਰਸਮੈਂਟ ਦਾ ਡਿਜ਼ਾਈਨ
ਕਰ ਲੈਂਦੇ ਹਾਂ ਡਿਪਲੋਮਾ ਲੈਵਲ 'ਤੇ। ਇਹ ਵੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਸੋ ਇਹ ਜਿਹੜਾ ਨਮੈਰੀਕਲ ਆਪਾਂ ਵਰਟੀਕਲ ਸਟਿਰਪਸ ਦੇ ਨਾਲ ਹੀ ਸ਼ੀਅਰ ਰੀਨਫੋਰਸਮੈਂਟ ਨੂੰ ਡਿਜ਼ਾਈਨ ਕਰਾਂਗੇ। ਸੋ ਇਸ ਤਰ੍ਹਾਂ ਅਗਰ ਪ੍ਰੀਵੀਅਸ ਪੇਪਰ ਦੀ ਗੱਲ ਕਰੀਏ ਤਾਂ ਇਸੇ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਰਿਪੀਟ ਹੋਏ ਆ ਯੂਜ਼ਿੰਗ ਓਨਲੀ ਵਰਟੀਕਲ ਸਟਿਰਪਸ, ਜਾਂ ਕੁਛ ਵੀ ਮੈਂਸ਼ਨ ਨਹੀਂ ਹੋਏਗਾ। ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀਆਂ ਸਟਿਰਪਸ ਪ੍ਰੋਵਾਈਡ ਕਰ ਸਕਦੇ ਹੋ। ਮੇਨਲੀ ਜਿਹੜਾ ਡਿਜ਼ਾਈਨ ਹੈ ਵਰਟੀਕਲ ਸਟਿਰਪਸ ਦੇ ਰਿਗਾਰਡਿੰਗ ਹੀ ਕੁਐਸਚਨ ਆਏ ਆ ਪ੍ਰੀਵੀਅਸ ਪੇਪਰ ਦੇ ਵਿੱਚ, ਜਾਂ ਬੈਂਟ ਅਪ ਬਾਰਸ ਦੇ ਨੂਮੈਰੀਕਲ ਆਉਣ ਦੇ ਚਾਂਸਸ ਵੀ ਬਹੁਤ ਘੱਟ ਆ। ਇਨਕਲਾਈਨਡ ਸਟਿਰਪਸ ਤਾਂ ਆਉਂਦਾ ਹੀ ਨਹੀਂ ਆ। ਸੋ ਆਪਾਂ ਵਰਟੀਕਲ ਸਟਿਰਪਸ ਦੇ ਉੱਪਰ ਹੀ ਜ਼ਿਆਦਾ ਕੰਸਨਟਰੇਟ ਕਰਾਂਗੇ। ਸੋ ਕੋਈ ਵੀ ਨੂਮੈਰੀਕਲ ਸਟਾਰਟ ਕਰਨ ਤੋਂ ਪਹਿਲਾਂ ਇੱਕ ਵਾਰੀ ਸਟੇਟਮੈਂਟ ਧਿਆਨ ਨਾਲ ਪੜ੍ਹ ਲੈਣਾ, ਜੋ ਵੀ ਉਹਦੇ ਵਿੱਚ ਗਿਵਨ ਡਾਟਾ ਸਭ ਤੋਂ ਪਹਿਲਾਂ ਨੂਮੈਰੀਕਲ ਸਟਾਰਟ ਕਰਨ ਤੋਂ ਪਹਿਲਾਂ ਉਹ ਜੋ ਵੀ ਗਿਵਨ ਡਾਟਾ ਹੋਏਗਾ ਉਹ ਜ਼ਰੂਰ ਲਿਖ ਲੈਣਾ। ਸਭ ਤੋਂ ਪਹਿਲਾਂ ਆਪਾਂ ਫਿਰ ਦੁਬਾਰਾ ਸਟੇਟਮੈਂਟ ਪੜ੍ਹਦੇ ਹਾਂ, ਜੋ ਵੀ ਗਿਵਨ ਡਾਟਾ ਉਹ ਲਿਖ ਲੈਣਾ। 300 mm by 400 mm ਇਫੈਕਟਿਵ, ਮਤਲਬ width of the support width of the beam 300 mm, effective depth of the beam 400 mm, clear span ਦਿੱਤਾ ਹੋਇਆ 6.5 ਮੀਟਰ, width of the support you can write ਲਿਖ ਸਕਦੇ ਹੋ ਤੁਸੀਂ width of the support 500 mm, UDL ਦਿੱਤਾ ਹੋਇਆ including self weight 30 kN per meter। ਉਸ ਤੋਂ ਬਾਅਦ ਰੀਇਨਫੋਰਸਮੈਂਟ ਦਿੱਤੀ ਹੋਈ, ਮਤਲਬ ਏਰੀਆ ਆਫ ਟੈਂਸਾਈਲ ਸਟੀਲ ਰੀਇਨਫੋਰਸਮੈਂਟ ਦਾ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ। 5 ਨੰਬਰ ਆਫ ਬਾਰਸ ਆ, 16 mm ਡਾਇਮੀਟਰ, ਕਿਉਂਕਿ ਰਾਊਂਡ ਬਾਰਸ ਆ, ਸਰਕੂਲਰ ਚੀਜ਼ ਦਾ ਏਰੀਆ ਕਿੱਦਾਂ ਫਾਈਂਡ ਆਊਟ ਕਰੀਦਾ π/4 × d²। ਸੋ ਕਿੰਨੀਆਂ ਨੰਬਰ ਆਫ ਬਾਰਸ 5 × π/4 × 16 ਦਾ ਸਕੇਅਰ, ਦੈਟ ਇਜ਼ ਏਰੀਆ ਆਫ ਟੈਂਸਾਈਲ ਸਟੀਲ ਰੀਇਨਫੋਰਸਮੈਂਟ ਤੁਸੀਂ ਕੈਲਕੂਲੇਟ ਕਰ ਸਕਦੇ ਹੋ। ਉਸ ਤੋਂ ਬਾਅਦ ਗ੍ਰੇਡ ਆਫ ਕੰਕਰੀਟ, ਗ੍ਰੇਡ ਆਫ ਸਟੀਲ ਗਿਵਨ ਹੈ। ਕੰਕਰੀਟ ਦਾ ਗ੍ਰੇਡ M20, ਮਤਲਬ ਉਹਦੀ ਕਰੈਕਟਰਿਸਟਿਕ ਸਟਰੈਂਥ ਹੈ 20 Nm²। ਕਰੈਕਟਰਿਸਟਿਕ ਸਟਰੈਂਥ ਨੂੰ ਡਿਨੋਟ ਕਿਸ ਨਾਲ ਕਰੀਦਾ FCK। ਗ੍ਰੇਡ ਆਫ ਸਟੀਲ Fe 250, ਮਤਲਬ ਕਰੈਕਟਰਿਸਟਿਕ ਸਟਰੈਂਥ ਆਫ ਸਟੀਲ 250 Nm²। ਕਰੈਕਟਰਿਸਟਿਕ ਸਟਰੈਂਥ ਆਫ ਸਟੀਲ ਜਾਂ ਯੀਲਡ ਸਟਰੈਂਥ ਆਫ ਸਟੀਲ ਨੂੰ ਡੈਜ਼ਿਗਨੇਟ ਕਰੀਦਾ F/22 ਦੇ ਨਾਲ। ਸੋ ਆਈ ਹੋਪ ਇਸ ਤੇ ਤੱਕ ਸਭ ਨੂੰ ਕਲੀਅਰ ਹੋਵੇਗਾ। ਸੋ ਆਪਾਂ ਅੱਗੇ ਫਸਟ ਸਟੈਪ ਦੇਖਦੇ ਹਾਂ, ਕੈਲਕੂਲੇਟ ਦੀ ਸ਼ੀਅਰ ਫੋਰਸ ਐਟ ਦੀ ਕ੍ਰਿਟੀਕਲ ਸੈਕਸ਼ਨ। ਅਗਰ ਮੈਂ ਬੀਮ ਨੂੰ ਥੋੜ੍ਹਾ ਡੀਪਲੀ ਸਟੱਡੀ ਕਰਾਂ, ਇਸ ਤਰ੍ਹਾਂ ਦਾ ਤੁਹਾਡੇ ਕੋਲ ਸਿੰਪਲੀ ਸਪੋਰਟਡ ਬੀਮ ਹੈ, ਐਂਡਸ ਦੇ ਉੱਪਰ ਸਪੋਰਟਸ ਹੈ, ਉਹਦੇ ਉੱਪਰ ਬੀਮ ਸਿੰਪਲੀ ਸਪੋਰਟ ਕੀਤਾ ਹੋਇਆ ਹੈ। ਉਹਦੇ ਵਿੱਚ ਜਿਹੜਾ ਕਲੀਅਰ ਡਿਸਟੈਂਸ ਆ ਸਪੋਰਟਸ ਦੇ ਵਿੱਚ ਜਾਂ ਕਲੀਅਰ ਸਪੈਨ ਹੈ 6.5 ਮੀਟਰ, ਉੱਪਰ UDL ਲੱਗਾ ਹੋਇਆ 30 kN/m। ਸ਼ੀਅਰ ਫੋਰਸ ਆਪਾਂ ਐਟ ਦੀ ਇਨਰ ਫੇਸ ਆਫ ਦੀ ਸਪੋਰਟ ਕਿੱਦਾਂ ਕੈਲਕੂਲੇਟ ਕਰ ਸਕਦੇ, ਜਿੰਨਾ ਵੀ ਉੱਪਰ UDL ਲੱਗਾ ਹੋਇਆ ਇੰਟੂ ਕਲੀਅਰ ਸਪੈਨ ਅਪੋਨ 2 WL/2। ਇਹ ਫਾਰਮੂਲਾ ਕਿੱਦਾਂ ਬਣਿਆ, ਨਹੀਂ ਤੁਸੀਂ ਰਿਐਕਸ਼ਨ ਕਿੱਦਾਂ ਕੈਲਕੂਲੇਟ ਕਰ ਸਕਦੇ ਹੋ, ਜਾਂ ਸ਼ੀਅਰ ਫੋਰਸ ਕਿਸੇ ਵੀ ਐਂਡਸ 'ਤੇ ਕਿੱਦਾਂ ਕੈਲਕੂਲੇਟ ਕਰ ਸਕਦੇ ਹੋ, ਇਹ ਤੁਸੀਂ ਸਟਰਕਚਰ ਮਕੈਨਿਕਸ ਦੇ ਵਿੱਚ ਪੜ੍ਹ ਚੁੱਕੇ ਹੋ। ਸੋ ਇਸ ਤਰ੍ਹਾਂ ਆਪਾਂ ਸ਼ੀਅਰ ਫੋਰਸ ਐਟ ਦੀ ਇਨਰ ਫੇਸ ਆਫ ਦੀ ਸਪੋਰਟ ਕੈਲਕੂਲੇਟ ਕਰ ਲਵਾਂਗੇ, ਦੈਟ ਇਜ਼ 30 × 6.5 / 2, ਦੈਟ ਇਜ਼ 97.5 kN। ਹੁਣ ਕ੍ਰਿਟੀਕਲ ਸੈਕਸ਼ਨ ਕਿੱਥੇ ਹੋਏਗਾ, ਤੁਸੀਂ ਪੜ੍ਹ ਚੁੱਕੇ ਹੋ। ਕ੍ਰਿਟੀਕਲ ਸੈਕਸ਼ਨ ਸ਼ੀਅਰ ਫੋਰਸ ਦੇ ਲਈ ਅਗਰ ਸਪੋਰਟਸ ਕੰਪਰੈਸਿਵ ਰਿਐਕਸ਼ਨ ਆਫਰ ਕਰਦੀ ਪਈ ਹੈ ਤਾਂ ਜਿਹੜਾ ਕ੍ਰਿਟੀਕਲ ਸੈਕਸ਼ਨ ਹੋਏਗਾ ਵਰਕਿੰਗ ਸਟ੍ਰੈਸ ਮੈਥਡ ਦੇ ਲਈ ਐਟ ਅ ਡਿਸਟੈਂਸ ਇਫੈਕਟਿਵ ਡੈਪਥ ਫਰੋਮ ਦੀ ਇਨਰ ਫੇਸ ਆਫ ਦੀ ਸਪੋਰਟ ਹੋਏਗਾ। ਬਟ ਅਗਰ ਲਿਮਿਟ ਸਟੇਟ ਮੈਥਡ ਦੀ ਗੱਲ ਕਰੀਏ ਜਾਂ IS 456/2000 ਦੇ ਅਕੋਰਡਿੰਗ ਕ੍ਰਿਟੀਕਲ ਸੈਕਸ਼ਨ ਹੁੰਦਾ ਐਟ ਦੀ ਇਨਰ ਫੇਸ ਆਫ ਦੀ ਸਪੋਰਟ। ਸੋ ਦੇਅਰ ਆਰ 2 critical section differently for working stress method and for limit state method। limit state method ਦੇ ਲਈ critical section inner face of the support ਦੇ ਉੱਪਰ ਹੋਏਗਾ, ਲੇਕਿਨ working stress method ਦੇ ਲਈ critical section at a distance small d from the face of the support ਹੋਏਗਾ। ਸੋ ਇਸ ਤਰ੍ਹਾਂ ਆਪਾਂ ਕ੍ਰਿਟੀਕਲ ਸੈਕਸ਼ਨ ਦੇ ਉੱਪਰ ਸ਼ੀਅਰ ਫੋਰਸ ਕੈਲਕੂਲੇਟ ਕਰ ਲਵਾਂਗੇ।
क्रिटिकल सैक्शन जोड़ा वर्किंग स्ट्रेस मैथड के लिए होगा एट डिस्टेंस इफेक्टिव डैप्थ अपने को कितनी सी 0.4 मीटर दैट इज़ 400 mm 0.4 मीटर। अगर आप 6.5 मीटर स्पैन आ वह हाफ हो गया 3.25 मीटर। तो एट अ डिस्टेंस डी जोड़ा डिस्टेंस डी स्मॉल डी इफेक्टिव डेप्थ 0.4 मीटर। तो जोड़ा रिमेनिंग डिस्टेंस रह गया 2.85। सो इस तरह आप क्रिटिक शीयर फोर्स फाइंड आउट कर सकते हैं फॉर द क्रिटिकल सैक्शन ऑफ वर्किंग स्ट्रेस मैथड। स्टैप 1 ही कंटिन्यू ये मैं क्रिटिकल सैक्शन के उपर शीयर फोर्स किद्दां कैलकुलेट की दोनों मैथड्स दे नाल दस्सिया होया एज पर वर्किंग स्ट्रेस मैथड एंड एज पर लिमिट स्टेट मैथड। पहला एज पर वर्किंग स्ट्रेस मैथड गल करते हैं। तुसीं किसी भी मैथड के नाल न्यूमेरिकल सॉल्व कर सकते हो। मैं दोनों मैथड के नाल इस करके दस रहा क्योंकि कंपैरिजन करना कंपैरिजन सौखा हो जाता तो पता लग जाता कित्थे की करना कि वर्किंग स्ट्रेस मैथड च की करना तो लिमिट स्टेट मैथड च की करना, दोनों में फर्क की है। सो क्रिटिकल सैक्शन जोड़ा वर्किंग स्ट्रेस मैथड के पहला भी मैं दसिया एट अ डिस्टेंस स्मॉल डी इफेक्टिव डेप्थ दैट इज़ 400 mm फ्रॉम द इनर फेस ऑफ द सपोर्ट। सो शीयर फोर्स एट क्रिटिकल सैक्शन कितना फाइंड आउट होएगी जिन्नी भी इनर फेस ऑफ द सपोर्ट शीयर फोर्स सी दैट इज़ 97.5 मल्टीप्लाई 2.85 जिदा मैं प्रीवियस फिगर के देखा ही 2.85 3.25 सिमिलर ट्रायंगल वाला फॉर्मूला लगा के शीयर फोर्स आप फाइंड आउट कर सकते क्रिटिकल सैक्शन के लिए इन वर्किंग स्ट्रेस मैथड। वो आ गई 85.5 किलो न्यूटन दैट इज़ 85.5 इंटू 10⁻³ न्यूटन। ਹੁਣ ਲਿਮਿਟ ਸਟੇਟ ਮੈਥਡ ਦੇ ਲਈ ਕ੍ਰਿਟੀਕਲ ਸੈਕਸ਼ਨ ਕਿੱਥੇ ਐਟ ਦੀ ਇਨਰ ਫੇਸ ਆਫ ਦੀ ਸਪੋਰਟ। ਐਟ ਦੀ ਇਨਰ ਫੇਸ ਆਫ ਸਪੋਰਟ ਡਾਇਰੈਕਟਲੀ ਆਪਾਂ ਨੂੰ ਸ਼ੀਅਰ ਫੋਰਸ ਗਿਵਨ 97.5 ਕਿਲੋ ਨਿਊਟਨ ਬਟ ਇਹਦੇ ਲਈ ਆਪਾਂ ਨੂੰ ਫੈਕਟਰਡ ਸ਼ੀਅਰ ਫੋਰਸ ਕੈਲਕੂਲੇਟ ਕਰਨੀ ਪਏਗੀ। ਫੈਕਟਰਡ ਸ਼ੀਅਰ ਫੋਰਸ ਕੈਲਕੂਲੇਟ ਕਰਨ ਦੇ ਲਈ ਆਪਾਂ ਨੂੰ ਪਾਰਸ਼ੀਅਲ ਫੈਕਟਰ ਸੇਫਟੀ ਫॉर द ਲੋਡ ਇਹਦੇ ਨਾਲ ਮਲਟੀਪਲਾਈ ਕਰਨਾ ਪਏਗਾ। ਉਹ ਪਾਰਸ਼ੀਅਲ ਫੈਕਟਰ ਸੇਫਟੀ ਫॉर द ਲੋਡ ਉਹਦੇ ਲਈ ਵੈਲਿਊ ਕਿੰਨੀ ਹੁੰਦੀ ਹੈ ਉਹਦੀ ਵੈਲਿਊ ਹੁੰਦੀ 1.5। तो 97.5 ਨੂੰ 1.5 ਨਾਲ ਆਪਾਂ ਮਲਟੀਪਲਾਈ ਕਰਾਂਗੇ ਉਹ ਵੈਲਿਊ ਆ ਗਈ 146.25 ਕਿਲੋ ਨਿਊਟਨ ਜਾਂ 146.25 × 10⁻³ ਨਿਊਟਨ। ਸੈਕਿੰਡ ਸਟੈਪ ਹੈ ਕੈਲਕੂਲੇਟ ਦਾ ਨੋਮੀਨਲ ਸ਼ੀਅਰ ਸਟ੍ਰੈਸ। ਪਹਿਲਾਂ ਵਰਕਿੰਗ ਸਟ੍ਰੈਸ ਮੈਥਡ ਦੀ ਗੱਲ ਕਰਾਂਗੇ। ਨੋਮੀਨਲ ਸ਼ੀਅਰ ਸਟ੍ਰੈਸ ਨੂੰ ਡੈਜ਼ਿਗਨੇਟ ਕੀਤਾ ਜਾਂਦਾ ਟਾਓ ਵੀ ਦਾ ਫਾਰਮੂਲਾ डिजाइन स्टैप्स ਦੇ ਵਿੱਚ ਆਪਾਂ ਪੜ੍ਹਿਆ ਸੀ कैपिटल V अपॉन VD। कैपिटल V जो भी वर्किंग स्ट्रेस मैथड ਦੇ ਲਈ ਆਪਾਂ क्रिटिकल सैक्शन ਦੇ ਉੱਪਰ शेयर फोर्स फाइंड आउट ਕੀਤੀ दैट इज़ 85.5 into 10⁻³ न्यूटन अपॉन स्मॉल b width of the beam small d effective depth। इस तरह ਆਪਾਂ टाओ V ਦੀ वैल्यू वर्किंग स्ट्रेस के लिए फाइंड आउट कर ली है। लिमिट स्टेट मैथड के अकॉर्डिंग टाओ V इज इक्वल टू वी यू इज द फैक्टर्ड शीयर फोर्स। फैक्टर्ड शीयर फोर्स की वैल्यू सी 146.25। इस तरह आप नॉमिनल शीयर स्ट्रेस की वैल्यू फाइंड आउट कर लवांगे दैट इज़ 1.22 न्यूटन पर mm² फॉर द लिमिट स्टेट मैथड। स्टैप 3 ਦੇ ਵਿੱਚ ਆਪਾਂ शीयर स्ट्रेंथ कैलकुलेट करांगे फॉर द कंक्रीट। शीयर स्ट्रेंथ ऑफ कंक्रीट डिजाइन स्टैप्स ਦੇ ਵਿੱਚ ਪੜਿਆ ਸੀ वर्किंग स्ट्रेस मैथड ਦੇ ਲਈ टेबल नंबर 23, लिमिट स्टेट मैथड ਦੇ ਲਈ टेबल नंबर 19 पेज नंबर लिखे हुए हैं। टाओ सी जी डिपेंड करती दो फैक्टर्स के उपर परसेंटेज ऑफ स्टील एंड ग्रेड ऑफ कंक्रीट। परसेंटेज ऑफ स्टील इस तरह आप फाइंड आउट कर लेना 100 इंटू जो भी AST सब तो पहला गिवन डाटा के स्टैप के आप फाइंड आउट किया 1000.5 अपॉन BD इस तो 0.83%। PET की वैल्यू दोनों वर्किंग स्ट्रेस मैथड के लिए भी लिमिट स्टेट मैथड के लिए दोनों सेम परसेंटेज ऑफ टेंसाइल रीइनफोर्समेंट। हुण आप टेबल नंबर चलते 23 तो अगर आप वर्किंग स्ट्रेस मैथड के नाल करते पे टेबल नंबर 23 रैफर करेंगे। अगर लिमिट स्टेट मैथड के नाल न्यूमेरिकल सॉल्व करते पे टेबल नंबर 19 रैफर करेंगे। सो मैं दोनों मैं टेबल नंबर पहला प्रीवियस वीडियो के विच अपलोड कर चुका हाँ। मैं समझाने के लिए टेबल नंबर 23 यूज करता वर्किंग स्ट्रेस मैथड वाला वर्किंग स्ट्रेस मैथड वाला टेबल। सो इस तरह ही लिमिट स्टेट मैथड वाले टेबल च भी तुसी करना टेबल नंबर 23 ते जाके M20 ग्रेड ऑफ कंक्रीट वो गिवन स्टेटमेंट इस करके M20 कंक्रीट वाला कॉलम देखना। तो
ਆਪਾਂ ਦੇਖਣੀ परसेंटेज ऑफ टेंसाइल रीइंफोर्समेंट की वैल्यू 0.83 सी। इधर परसेंटेज ऑफ टेंसाइल रीइंफोर्समेंट की वैल्यू दी हुई है 0.25 0.5 0.75 0.1 1.00। सो देख लेना 0.83 किस विच लाई करदा 0.83 0.75 ते 0.1 दे विच लाई करदा। सो ये दोने वैल्यूज़ आपां देख लैणियां M20 वाले कॉलम दे विच। एक तो 0.35 आ गई, एक वैल्यू आ गई एक 0.35 एक 0.39। लोअर वैल्यू है 0.35 0.39। हुण आपां नूं वैल्यू चाहिए 0.83 दे उपर। वो वैल्यू किद्दां फाइंड आउट करांगे इंटरपोलेशन करके। हुण इंटरपोलेशन की हुंदा जिद्दां मैं तो 0.75 तो वैल्यू है 0.35 ये टेबल नंबर 23 तो वर्किंग स्ट्रेस मैथड के लिए तुसीं देख लई है 1.0 ते वैल्यू 0.39 0.83 ते वैल्यू आपां नूं पता नहीं है। सपोज कर लो भी टाओ वी दी वैल्यू जी 0.83 तो M20 ग्रेड कंक्रीट के लिए एक्स है। फिर एक्स की वैल्यू कितना कैलकुलेट कर सकते लोअर वैल्यू M20 वाले कॉलम की फिर प्लस ब्रैकेट हायर वैल्यू माइनस लोअर वैल्यू M20 कॉलम वाले ये वाली हैं। फिर अपॉन हायर वैल्यू माइनस लोअर वैल्यू परसेंटेज ऑफ टेंसाइल रीइंफोर्समेंट कॉलम वाली ये वाली हैं। इस तो बाद इत्थे प्लस नहीं है, सॉरी इत्थे प्लस नहीं है तो मल्टीप्लाई है मल्टीप्लाई PT वाली वैल्यू जिहदे लिए आपां फाइंड करना माइनस लोअर वैल्यू मतलब 0.75। इस तरह 0.35 वैल्यू लोअर वैल्यू से M20 कॉलम के लिए प्लस ए वाले कॉलम दियाँ डिफरेंस करना हायर वैल्यू माइनस लोअर वैल्यू। इस तरह नीचे आ वाले कॉलम दियाँ हायर वैल्यू माइनस लोअर वैल्यू मल्टीप्लाई जिथे जिहदे इत्थे प्लस नहीं है, सॉरी इत्थे मल्टीप्लाई है सीधा 0.83 जिते फाइंड आउट करनी है वैल्यू माइनस 0.75 मतलब आ वाली लोअर वैल्यू। इस तरह आप इंटरपोलेशन करके किसी भी वैल्यू दे विच किसी वैल्यू दे कोरस्पोंडिंग कोई दूसरी वैल्यू फाइंड आउट कर सकते हैं। सो आपां शेयर स्ट्रेंथ वाला स्टैप चलते करते पे सी उसनूं ही कंटिन्यू करते। वर्किंग स्ट्रेस मैथड के लिए 0.75 के उपर वैल्यू M20 ग्रेड कंक्रीट लिए 0.35। इस तरह 1.0 परसेंटेज के लिए 0.39। इस तरह तुसीं लिमिट स्टेट मैथड के लिए भी टेबल नंबर 19 के अकॉर्डिंग ये वाली वैल्यूज़ अलग होणगियां। इंटरपोलेशन किद्दां करनी है पिछे आपां देख लिया है। इंटरपोलेशन करके टाओ सी की वैल्यू आपां फाइंड आउट कर सकते 0.83 परसेंटेज के लिए। सेमिलरली लिमिट स्टेट मैथड दे विच भी इसी तरह ही आपां करना। सो टाओ सी की वैल्यू इंटरपोलेशन करके आपां फाइंड आउट कर ली एट 0.83 परसेंटेज। नैक्सट स्टैप 4 कैलकुलेट दी मैक्सीमम शेयर स्ट्रेंथ ऑफ दी कंक्रीट। वर्किंग स्ट्रेस मैथड के लिए अलग लिमिट स्टेट मैथड के लिए अलग टेबल नंबर है। वर्किंग स्ट्रेस मैथड के लिए टेबल नंबर 24 लिमिट स्टेट मैथड के लिए टेबल नंबर 20। टाओ सी मैक्सीमम बस एक फैक्टर के उपर डिपेंड करता दैट इज ग्रेड ऑफ कंक्रीट। ये वाले टेबल से डायरैक्टली जाके आपां वैल्यू ये देख सकते हैं। वर्किंग स्ट्रेस मैथड के लिए टाओ सी मैक्सीमम की वैल्यू 1.8 न्यूटन पर एम स्क्वायर। टाओ सी मैक्सीमम के लिए M20 के लिए लिमिट स्टेट मैथड के 2.8 न्यूटन पर mm स्क्वायर। नैक्सट स्टैप है कंपैरिजन करांगे टाओ वी ते टाओ सी की वैल्यूज़ नूं। टाओ वी की वैल्यू स्टैप 2 तो आ गई 0.71 न्यूटन पर mm स्क्वायर। टाओ सी की वैल्यू स्टैप 3 तो आ गई 0.363 न्यूटन पर mm स्क्वायर। स्टैप 4 तो आ गई टाओ सी मैक्सीमम की वैल्यू। इस तरह लिमिट स्टेट मैथड की वैल्यूज़ भी आप देख लवांगे। हुण इत्थों देखना है टाओ वी की वैल्यू जिहड़ी है टाओ सी नालों ज़्यादा है। टाओ वी दोनों मैथड्स के वर्किंग स्ट्रेस मैथड के भी लिमिट स्टेट मैथड के भी टाओ वी की वैल्यू टाओ सी नालों ज़्यादा है बट टाओ सी मैक्सीमम नालों घट है। इस करके शेयर रीइंफोर्समेंट आपां नूं डिज़ाइन करनी पेगी। अगर टाओ वी की वैल्यू टाओ सी नालों घट होंदी ये शेयर रीइंफोर्समेंट नूं डिज़ाइन करना नहीं पैंदा बट मिनीमम शेयर रीइंफोर्समेंट प्रोवाइड करनी पैंदी। कई बार अगर ये कंडीशन होवे टाओ इफ टाओ वी इज़ लैस दैन टाओ सी फिर शेयर रीइंफोर्समेंट नूं डिज़ाइन नहीं करना पैंदा बट मिनीमम शेयर रीइंफोर्समेंट प्रोवाइड करनी पैंदी। फिर तुहाडा न्यूमेरिकल इत्थे ही खत्म हो जाना सी। बट इस न्यूमेरिकल दे विच टाओ वी की वैल्यू टाओ सी नालों ज़्यादा है। इस करके आपां नूं शेयर रीइंफोर्समेंट चाहिदी है तो उन्होंने डिज़ाइन करांगे एज पर वर्किंग स्ट्रेस मैथड भी एज पर लिमिट स्टेट मैथड भी।
ਸੋ ਸ਼ੀਅਰ ਰੀਇਨਫੋਰਸਮੈਂਟ ਨੂੰ ਡਿਜ਼ਾਈਨ ਕਰਨ ਦੇ ਲਈ ਸਭ ਤੋਂ ਪਹਿਲਾਂ ਤਾਂ ਨੈਟ ਡਿਜ਼ਾਈਨ ਸ਼ੀਅਰ ਫੋਰਸ ਦੀ ਲੋੜ ਹੈ। ਨੈਟ ਡਿਜ਼ਾਈਨ ਫੋਰਸ ਮਤਲਬ ਟੋਟਲ ਸ਼ੀਅਰ ਫੋਰਸ ਮਾਈਨਸ ਸ਼ੀਅਰ ਟੇਕਨ ਬਾਈ ਦੀ ਕੰਕਰੀਟ। ਦੋਨੋਂ ਮੈਥਡਸ ਦੇ ਲਈ ਟੋਟਲ ਸ਼ੀਅਰ ਫੋਰਸ ਮਾਈਨਸ ਸ਼ੀਅਰ ਟੇਕਨ ਬਾਈ ਦੀ ਕੰਕਰੀਟ। ਟੋਟਲ ਸ਼ੀਅਰ ਫੋਰਸ V ਸ਼ੀਅਰ ਟੇਕਨ ਬਾਈ ਕੰਕਰੀਟ ਟਾਓ C ਇੰਟੂ VD। ਦੋਨੋਂ ਦੇ ਵਿੱਚ ਸੇਮ ਫਾਰਮੂਲਾ। ਇਹਦੇ ਵਿੱਚ ਫੈਕਟਡ ਸ਼ੀਅਰ ਫੋਰਸ ਦੀ ਵੈਲਿਊ ਲਵਾਂਗੇ, ਇਹਦੇ ਵਿੱਚ ਸਿੰਪਲੀ ਸ਼ੀਅਰ ਫੋਰਸ ਦੀ ਵੈਲਿਊ। ਇਸ ਤਰ੍ਹਾਂ ਆਪਾਂ VS ਐਂਡ VUS ਦੀ ਵੈਲਿਊ ਕੈਲਕੂਲੇਟ ਕਰ ਲਵਾਂਗੇ। ਸਿੰਪਲ ਆ, ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ। ਇਸ ਤਰ੍ਹਾਂ ਆਪਾਂ ਨੈਟ ਡਿਜ਼ਾਈਨ ਸ਼ੀਅਰ ਫੋਰਸ ਦੀ ਵੈਲਿਊ ਫਾਈਂਡ ਆਊਟ ਕਰ ਲਵਾਂਗੇ ਐਜ਼ ਪਰ ਵਰਕਿੰਗ ਸਟ੍ਰੈਸ ਮੈਥਡ, ਐਜ਼ ਪਰ ਲਿਮਿਟਡ ਮੈਥਡ। ਤੁਸੀਂ ਕਿਸੇ ਵੀ ਮੈਥਡ ਦੇ ਨਾਲ ਟਰਾਈ ਕਰ ਸਕਦੇ ਹੋ। ਨੈਕਸਟ ਸਟੈਪ ਹੈ ਡਿਜ਼ਾਈਨ ਆਫ ਦੀ ਸ਼ੀਅਰ ਸਟਿਰਪਸ। ਡਿਜ਼ਾਈਨ ਆਫ ਦਾ ਸ਼ੀਅਰ ਸਟਿਰਪਸ। ਸਪੋਜ਼ ਆਪਾਂ 2 ਲੈਗਡ ਸਟਿਰਪਸ ਪ੍ਰੋਵਾਈਡ ਕਰਦੇ। 2 ਲੈਗਡ ਸਟਿਰਪਸ ਕੀ ਹੁੰਦੀਆਂ, ਜਿਹਦੀਆਂ 2 ਲੈਗਸ ਹੁੰਦੀਆਂ। 10 mm ਡਾਇਆਮੀਟਰ ਬਾਰ ਮਤਲਬ 10 mm ਡਾਇਆਮੀਟਰ ਬਾਰ ਸਟਿਰਪਸ ਯੂਜ਼ ਕਰਨੀਆਂ ਹੈ। 2 ਲੈਗਡ ਸਟਿਰਪਸ ਆ, ਉਹਦੇ ਲਈ ਸਪੇਸਿੰਗ ਦਾ ਫਾਰਮੂਲਾ ਹੈ ਸਿਗਮਾ SB ASB ਇੰਟੂ D/VS ਅਕੋਰਡਿੰਗ ਟੂ ਵਰਕਿੰਗ ਸਟ੍ਰੈਸ ਮੈਥਡ। ਦਿਸ ਐਂਡ ਦਿਸ ਫਾਰਮੂਲਾ ਇਜ਼ ਫॉर द लिमिट स्टेट मैथड। सिग्मा SB ਦੀ ਪਰਮਿਸਿਬਲ ਟੈਂਸਾਈਲ ਸਟ੍ਰੈਸ। ਇਹ ਟੇਬਲ ਨੰਬਰ 22 ਤੋਂ ਆਪਾਂ FE 250 ਦੇ ਲਈ ਵੈਲਿਊ ਦੇਖ ਸਕਦੇ ਹਾਂ ਟੇਬਲ ਨੰਬਰ 22 ਤੇ ਜਾ ਕੇ। FY ਦੀ ਕਰੈਕਟਰਿਸਟਿਕ ਸਟਰੈਂਥ ਆਫ ਦੀ ਸਟੀਲ। ASB ਇਜ਼ ਦ ਏਰੀਆ ਆਫ ਦਾ ਸਟਿਰਪਸ। 2 ਲੈਗਡ ਸਟਿਰਪਸ, ਇਸ ਕਰਕੇ 2 ਨੂੰ ਮਲਟੀਪਲਾਈ ਕਰਨਾ π/4 ਇੰਟੂ ਜਿੰਨਾ ਵੀ ਡਾਇਆ ਸੀ ਸਟਿਰਪਸ ਦਾ। ਇਹ ਜ਼ਰੂਰ ਧਿਆਨ ਰੱਖਣਾ 2 ਨਾਲ ਮਲਟੀਪਲਾਈ ਕਰਨਾ। ਅਗਰ 2 ਲੈਗਡ ਸਟਿਰਪ ਆ, ਅਗਰ 4 ਲੈਗਡ ਸਟਿਰਪ ਇੱਥੇ 4 ਨਾਲ ਮਲਟੀਪਲਾਈ ਕਰਾਂਗੇ। ਇਸੇ ਤਰ੍ਹਾਂ ਦੋਨੋਂ ਸਟੈਪਸ ਦੇ ਦੋਨੋਂ ਮੈਥਡਸ ਦੇ ਵਿੱਚ ਆਪਾਂ 10 mm ਪ੍ਰੋਵਾਈਡ ਕਰਦੇ ਪਏ ਹਾਂ 2 ਲੈਗਡ ਸਟਿਰਪ। ASB ਆਪਣਾ ਦੋਨਾਂ 'ਚ ਸੇਮ ਆ ਗਿਆ। ਇਸੇ ਤਰ੍ਹਾਂ SV ਦੀ SV ਮਤਲਬ ਸੈਂਟਰ ਟੂ ਸੈਂਟਰ ਸਪੇਸਿੰਗ ਆਫ ਦ ਸ਼ੀਅਰ ਸਟਿਰਪਸ ਇੱਥੋਂ ਫਾਈਂਡ ਆਊਟ ਕਰ ਲਵਾਂਗੇ। ਅਤੇ ਇਸੇ ਤਰ੍ਹਾਂ ਇੱਥੇ ਜਿਹੜੀ ਸਪੇਸਿੰਗ ਲਿਮਿਟ ਸਟੇਟ ਮੈਥਡ ਦੇ ਲਈ ਵੀ ਕੈਲਕੂਲੇਟ ਕਰ ਲਵਾਂਗੇ। ਦੋਨੋਂ ਵੈਲਿਊਜ਼ ਅਲੱਗ ਅਲੱਗ ਆ ਗਈਆਂ। ਇਸ ਤੋਂ ਬਾਅਦ ਹੈ ਇੱਕ ਚੈੱਕ ਲਗਾਉਣਾ ਫਾਈਨਲ ਸਪੇਸਿੰਗ ਦੇ ਲਈ ਵਰਟੀਕਲ ਸ਼ੀਅਰ ਸਟਿਰਪਸ ਦੇ ਲਈ। ਕਲੌਜ਼ ਨੰਬਰ 26.5.1.6 ਇਹ ਜਿਹੜੀ ਮੈਕਸੀਮਮ ਸਪੇਸਿੰਗ ਆ ਸ਼ੀਅਰ ਰੀਇਨਫੋਰਸਮੈਂਟ ਦੇ ਲਈ ਉਹ ਇਸ ਤੋਂ ਇਹਨਾਂ ਇੱਕ 0.87 FY ਵਾਲਾ ਫਾਰਮੂਲਾ ਦੈਟ ਇਜ਼ 280 mm। ਅਤੇ ਮੈਕਸੀਮਮ ਸਪੇਸਿੰਗ ਇਹਨਾਂ ਤਿੰਨਾਂ ਦੀ ਵੈਲਿਊ 'ਚ ਜਿਹੜੀ ਲੀਸਟ ਵੈਲਿਊ ਹੋਏਗੀ ਉਸ ਤੋਂ ਜ਼ਿਆਦਾ ਐਕਸੀਡ ਨਹੀਂ ਕਰਨੀ ਚਾਹੀਦੀ। 0.75 D ਇੰਟੂ 0.75 ਇੰਟੂ 400। ਸਮੋਲ ਡੀ ਦੀ ਵੈਲਿਊ 400 ਸੀ। ਸੈਕਿੰਡ ਹੈ 300 mm। SB ਸਪੇਸਿੰਗ ਹੈ 280 mm ਜਿਹੜੀ ਕਿ ਆਪਾਂ ਇਸ ਫਾਰਮੂਲੇ ਤੋਂ ਕੈਲਕੂਲੇਟ ਕੀਤੀ ਸੀਗੀ। ਇਸ ਤਰ੍ਹਾਂ ਮੈਕਸੀਮਮ ਸਪੇਸਿੰਗ ਆਪਣੀ ਇਹਨਾਂ ਤਿੰਨਾਂ 'ਚ ਲੋਐਸਟ ਵੈਲਿਊ ਦੇਖ ਲਓ 280 ਹੈ। ਮੈਕਸੀਮਮ ਸਪੇਸਿੰਗ ਆਪਣੀ 280 mm ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਆਪਣੀ ਸਪੇਸਿੰਗ ਸੀ ਇਹਦੇ ਵਿੱਚ 205 ਸੀ, ਇਹਦੇ ਵਿੱਚ 175 ਸੀ, ਰਾਊਂਡ ਆਫ ਕਰਕੇ ਜੋ ਵੀ ਆਈ ਸੀ। ਇਸ ਕਰਕੇ ਆਪਾਂ ਪ੍ਰੋਵਾਈਡ ਕਰ ਦਿਆਂਗੇ 2 ਲੈਗਡ ਸਟਿਰਪ 10 mm ਡਾਇਮੀਟਰ ਬਾਰ ਐਟ 205 mm ਸੈਂਟਰ ਟੂ ਸੈਂਟਰ। ਇਹਦੇ ਵਿੱਚ 2 ਲੈਗਡ ਸਟਿਰਪ 10 mm ਬਾਰ ਵਰਟੀਕਲ ਸਟਿਰਪ ਐਟ ਦੀ ਰੇਟ 175 mm ਸੈਂਟਰ ਟੂ ਸੈਂਟਰ। ਇਸ ਤਰ੍ਹਾਂ ਆਪਾਂ ਸ਼ੀਅਰ ਰੀਇਨਫੋਰਸਮੈਂਟ ਡਿਜ਼ਾਈਨ ਕਰ ਚੁੱਕੇ ਹਾਂ। ਨੂਮੈਰੀਕਲ ਕੰਪਲੀਟ ਆ। ਅਗਰ ਤੁਸੀਂ ਇਸ ਤੋਂ ਬਾਅਦ ਇੱਕ ਫਿਗਰ ਬਣਾਉਣੀ ਚਾਹੋ ਫਿਗਰ ਵੀ ਡਰਾਅ ਕਰ ਸਕਦੇ ਹੋ। ਸੋ ਨੈਕਸਟ ਆਪਾਂ ਪੜ੍ਹਦੇ ਹਾਂ ਡਿਵੈਲਪਮੈਂਟ ਲੈਂਥ ਆਫ ਦੀ ਬਾਰ ਐਜ਼ ਪਰ IS 456/2000 ਕਲੌਜ਼ 26.2.1। ਜਦੋਂ ਕੋਈ ਵੀ ਸਟੀਲ ਰੀਇਨਫੋਰਸਿੰਗ ਬਾਰ ਨੂੰ ਐਂਕਰ ਕੀਤਾ ਜਾਂਦਾ ਜਾਂ 2 ਬਾਰਸ ਨੂੰ ਇੱਕ ਦੂਸਰੇ ਦੇ ਨਾਲ ਓਵਰਲੈਪ ਕਰਤਾ ਜਾਂਦਾ ਅਤੇ ਜ਼ਰੂਰੀ ਆ ਇੱਕ ਸਫੀਸ਼ੈਂਟ ਲੈਂਥ ਆਫ ਬੈਂਡਮੈਂਟ ਜਾਂ ਓਵਰਲੈਪ ਪ੍ਰੋਵਾਈਡ ਕੀਤੀ ਜਾਵੇ ਤਾਂ ਕਿ ਉੱਥੇ ਕੋਈ ਵੀ ਸਲਿਪੇਜ ਨਾ ਹੋ ਸਕੇ। ਉਹ ਕਿੰਨੀ ਲੈਂਥ ਹੋਣੀ ਚਾਹੀਦੀ ਆ ਉਸ ਚੀਜ਼ ਨੂੰ ਕਹਿੰਦੇ ਆਪਾਂ ਡਿਵੈਲਪਮੈਂਟ ਲੈਂਥ। Development length is defined as the length of the steel bar required on either side of the section under consideration to develop the required stresses in the steel। ਮਤਲਬ ਇੱਕ ਬਾਰਸ ਨੂੰ ਤੁਸੀਂ ਦੂਸਰੀ ਬਾਰਸ ਦੇ ਨਾਲ ਜੋੜ ਰਹੇ ਹੋ ਜਾਂ ਇੱਕ ਬਾਰ ਨੂੰ ਕੰਕਰੀਟ ਦੇ ਵਿੱਚ ਇੰਬੈਡ ਕਰਕੇ ਸਟ੍ਰੈਸਸ ਟਰਾਂਸਫਰ ਕਰਨ ਦੇ ਲਈ ਜੋੜ ਰਹੇ ਹੋ। ਸਟ੍ਰੈਸਸ ਤਾਂ ਹੀ ਟਰਾਂਸਫਰ ਹੋਣਗੀਆਂ ਅਗਰ ਉਹਦੀ ਲੈਂਥ ਸਫੀਸ਼ੈਂਟ ਹੋਏਗੀ। ਸੋ ਡਿਵੈਲਪਮੈਂਟ ਲੈਂਥ ਉਹ ਵਾਲੀ ਲੈਂਥ ਆ ਜਿਹਦੇ ਨਾਲ ਸਟੀਲ ਦੇ ਬਾਰ ਦੇ ਵਿੱਚ ਰਿਕੁਆਇਰਡ ਸਟ੍ਰੈਸਸ ਡਿਵੈਲਪ ਹੋ ਸਕਣ ਥਰੂ ਬੈਂਡਿੰਗ, ਉਸ ਨੂੰ ਆਪਾਂ ਕਹਿੰਦੇ ਡਿਵੈਲਪਮੈਂਟ ਲੈਂਥ। ਇਸੇ ਤਰ੍ਹਾਂ ਜਿਹੜੀ ਫੁੱਲ ਡਿਜ਼ਾਈਨ ਸਟ੍ਰੈਸ ਡਿਵੈਲਪ ਹੋਣ ਦੇ ਲਈ ਆਪਾਂ ਨੂੰ ਕਿਸੇ ਵੀ ਸੈਕਸ਼ਨ 'ਤੇ ਬਾਰ ਦੇ ਵਿੱਚ ਜਿੰਨੀ ਮਿਨੀਮਮ ਲੈਂਥ ਚਾਹੀਦੀ ਹੈ ਉਹਨੂੰ ਆਪਾਂ ਕਹਿੰਦੇ ਆ ਡਿਵੈਲਪਮੈਂਟ ਲੈਂਥ। ਉਹ ਦੋਨੋਂ ਸਾਈਡਸ 'ਤੇ ਪ੍ਰੋਵਾਈਡ ਕਰਾਂਗੇ ਆਪਾਂ। ਡਿਵੈਲਪਮੈਂਟ ਲੈਂਥ ਕਿੱਦਾਂ ਕੈਲਕੂਲੇਟ ਕਰ ਸਕਦੇ ਅਕੋਰਡਿੰਗ ਟੂ ਕਲੌਜ਼ ਨੰਬਰ 26.2.1 IS 456। LD is equal to phi is the diameter of the bar, sigma S is the stress in the bar,
ਟਾਓ ਵੀਡੀ ਦੀ ਡਿਜ਼ਾਈਨ ਬੌਂਡ ਸਟ੍ਰੈਸ ਦੀ ਵੈਲਿਊ ਇਹਦੇ ਲਈ ਵੀ ਇੱਕ 26.2.1.1 ਦੇ ਵਿੱਚ ਇੱਕ ਛੋਟਾ ਜਿਹਾ ਟੇਬਲ ਬਣਿਆ ਹੋਇਆ 456 ਦੇ ਵਿੱਚ। ਉਸ ਤੋਂ ਤੁਸੀਂ ਵੈਲਿਊ ਆਸਾਨੀ ਨਾਲ ਕੈਲਕੂਲੇਟ ਕਰ ਸਕਦੇ। ਟਾਓ ਵੀਡੀ ਦੀ ਵੈਲਿਊ ਜਿਹੜੀਆਂ ਟੈਂਸ਼ਨ ਵਿੱਚ ਬਾਰਸ ਹੋਣਗੀਆਂ ਉਹਦੇ ਲਈ ਅਲੱਗ ਵੈਲਿਊ ਹੋਣਗੀ ਅਤੇ ਕੰਪਰੈਸ਼ਨ ਵਾਲੀਆਂ ਬਾਰਸ ਦੇ ਲਈ ਅਲੱਗ ਵੈਲਿਊਜ਼ ਹੋਣਗੀਆਂ। अगर प्लेन स्टील बार्स तो ये वाला टेबल आप रैफर करांगे। अगर डिफॉर्म्ड बार तो ये वाली वैल्यूज़ नूं 60% आप इनक्रीज़ कर देंगे। प्लेन बार्स दे लई ये वाली वैल्यू, अगर डिफॉर्म्ड बार ये वाली वैल्यूज़ नूं 60% इनक्रीज़ कर देंगे, मतलब 1.6 नाल मल्टीप्लाई कर देंगे। ये तो है वैल्यूज़ फॉर बार्स इन टेंशन। अगर कंप्रैशन दे विच तो ये वाली वैल्यू ਜਿਹੜੀਆਂ ਟੇਬਲ ਦੇ ਵਿੱਚ ਦਿੱਤੀਆਂ ਹੋਈਆਂ ਸੀ ਇਹਨਾਂ ਨੂੰ ਆਪਾਂ 25% ਹੋਰ ਇਨਕਰੀਜ਼ ਕਰ ਦਿਆਂਗੇ। ਟਾਓ ਵੀਡੀ ਦੀ ਵੈਲਿਊ ਕਿੱਦਾਂ ਕੈਲਕੂਲੇਟ ਕਰ ਸਕਦੇ, ਇੱਕ ਮੈਂ ਕੈਲਕੂਲੇਸ਼ਨ ਕਰਕੇ ਦੱਸੀ ਹੋਈ ਹੈ। M20 ਗ੍ਰੇਡ ਕੰਕਰੀਟ ਦੇ ਲਈ ਅਗਰ ਕੋਈ ਬਾਰਸ ਟੈਂਸ਼ਨ ਦੇ ਵਿੱਚ ਪਲੇਨ ਸਟੀਲ ਦੇ ਬਾਰ ਦੇ ਲਈ ਜਿਹੜਾ ਟੇਬਲ ਦੱਸਿਆ ਇਹ 1.2 ਵੈਲਿਊ ਹੈ। ਅਗਰ ਡਿਫਾਰਮਡ ਸਟੀਲ ਬਾਰ ਹੋਈ ਉਹਨੂੰ 1.6 ਨਾਲ ਮਲਟੀਪਲਾਈ ਕਰ ਦਿੱਤਾ। ਅਗਰ ਬਾਰਸ ਕੰਪਰੈਸ਼ਨ ਦੇ ਵਿੱਚ ਆ ਉਹ ਵਾਲੀ ਵੈਲਿਊਜ਼ ਨੂੰ ਆਪਾਂ 1.25 ਦੇ ਨਾਲ ਮਲਟੀਪਲਾਈ ਕਰ ਦਿਆਂਗੇ। ਅਗਰ ਡਿਫਾਰਮਡ ਬਾਰ ਆ 1.6 1.25 ਦੇ ਨਾਲ ਮਲਟੀਪਲਾਈ ਕਰਕੇ ਇਹ ਵਾਲੀਆਂ ਵੈਲਿਊਜ਼ ਆਪਾਂ ਆਸਾਨੀ ਨਾਲ ਕੈਲਕੂਲੇਟ ਕਰ ਸਕਦੇ। ਇਸ ਤਰ੍ਹਾਂ ਦੇ ਛੋਟੇ ਛੋਟੇ ਫਿਲਅਪਸ ਜਾਂ ਟਰੂ ਫਾਲਸ ਆ ਸਕਦੇ ਆ ਜਾਂ ਗੌਰਮੈਂਟ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਇੱਦਾਂ ਦਾ ਇਸ ਤਰ੍ਹਾਂ ਦਾ ਕੁਐਸਚਨ ਪੁੱਛਿਆ ਜਾ ਸਕਦਾ ਹੈ। So these are the references which I used to make the video. 3 ਬੁੱਕਸ ਰੈਫਰ ਕੀਤੀਆਂ ਗਈਆਂ ਅਜੀਬ ਭਾਟੀਆ, AK ਜੈਨ ਐਂਡ ਵਰਿੰਦਰ ਸਿੰਘ। ਇਸ ਤੋਂ ਇਲਾਵਾ NPTEL ਨੋਟਸ, ਡਿਪਲੋਮਾ ਕੋਰਸਿਸ ਦੇ ਪ੍ਰੀਵੀਅਸ ਈਅਰ ਪੇਪਰ ਐਂਡ ਗੂਗਲ। ਸੋ ਆਈ ਥਿੰਕ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ। ਥੈਂਕ ਯੂ।